ਇੱਕ ਪਿਓ ਨੇ ਆਪਣੀ ਨੌਜਵਾਨ ਧੀ ਨੂੰ ਗੋਲੀ ਮਾਰ ਦਿੱਤੀ। ਕਿਉਂ ਮਾਰੀ, ਕੀ ਮਾਮਲਾ ਹੋਇਆ, ਇਹ ਸਾਰਾ ਅੱਜ ਤੁਹਾਨੂੰ ਦੱਸਾਂਗੇ। ਤੇ ਪਿਓ ਇੰਨਾ ਮਜਬੂਰ ਕਿਉਂ ਹੋ ਗਿਆ ਕਿ ਉਹਨੇ ਇਹ ਕੰਮ ਕੀਤਾ। ਅੱਜ ਤੁਹਾਡੇ ਨਾਲ ਇੱਕ ਇਹੋ ਜਿਹੀ ਸਟੋਰੀ ਸ਼ੇਅਰ ਕਰਨ ਚੱਲਾਂ ਜਿਹੜੀ 100% ਹਕੀਕਤ ਹੈ। ਤੇ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਤੇ ਮਾਂ ਪਿਓ ਨੂੰ ਵੀ ਸਮਝਣਾ ਚਾਹੀਦਾ। ਸਟੋਰੀ ਸੁਣਨੇ ਤੋਂ ਬਾਅਦ ਇਸ ਤੇ ਅਮਲ ਵੀ ਕਰਨਾ ਤੇ ਇਹਨੂੰ ਸੋਚਣਾ ਤੇ ਕਿਤੇ ਤੁਸੀਂ ਵੀ ਇਹੋ ਜਿਹਾ ਕੰਮ ਤਾਂ ਨਹੀਂ ਕਰ ਰਹੇ। ਅੱਛਾ, ਇੱਕ ਫੈਮਿਲੀ ਲਾਹੌਰ ਦੀ ਹੈ ਜਿਹਦੇ ਵਿੱਚ ਪਿਓ ਜਿਹੜਾ ਨਾ ਉਹ ਤਕਰੀਬਨ ਕਾਫੀ ਅਰਸੇ ਤੋਂ ਕੁਵੈਤ ਦੇ ਵਿੱਚ ਕੰਮ ਕਰ ਰਿਹਾ ਹੁੰਦਾ। ਕੁਵੈਤ 'ਚ ਕੰਮ ਕਰਦਿਆਂ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਇੱਥੇ ਕੀ ਕੰਮ ਕਰੀ ਜਾ ਰਿਹਾ, ਬੱਚੇ ਮੇਰੇ ਪਾਕਿਸਤਾਨ 'ਚ ਤੇ ਮੈਂ ਇੱਥੇ ਹਾਂ। ਸਾਲ ਬਾਅਦ ਜਾਣਾ ਜਾਂ 2 ਸਾਲ ਤੋਂ ਬਾਅਦ ਜਾਣਾ, 1 ਮਹੀਨੇ ਵਾਸਤੇ, ਤੇ ਉਹਦਾ ਫਾਇਦਾ ਕੋਈ ਨਹੀਂ। ਉਹਨੇ ਕੁਵੈਤ ਦੀ ਨੌਕਰੀ ਛੱਡੀ, ਪਾਕਿਸਤਾਨ ਆ ਗਿਆ। ਇੱਥੇ ਆ ਕੇ ਸਾਊਂਡ ਸਿਸਟਮ ਦਾ ਕੰਮ ਸ਼ੁਰੂ ਕਰ ਲਿਆ ਤੇ ਬੱਚਿਆਂ ਦੇ ਨਾਲ ਰਹਿਣ ਲੱਗ ਪਿਆ। ਅੱਛਾ, ਉਹਦੇ 3 ਤੋਂ 4 ਬੱਚੇ ਸੀਗੇ ਤੇ ਸਭ ਤੋਂ ਵੱਡੀ ਕੁੜੀ ਜਿਹੜੀ ਸੀ ਉਹਦਾ ਨਾਂ ਸੀ ਅਤੀਆ। ਤੀਸਰੇ ਨੰਬਰ ਤੇ ਉਹਦੇ ਕੋਲ ਇੱਕ ਬੱਚਾ ਸੀਗਾ, ਮੁੰਡਾ। ਅੱਛਾ, ਉਹ ਪੜ੍ਹਦੀ ਗਈ, ਪੜ੍ਹਨ ਮੈਟ੍ਰਿਕ ਕੀਤਾ, ਐਫਏ ਕੀਤਾ। ਐਫਏ ਤੋਂ ਬਾਅਦ ਜਦੋਂ ਯੂਨੀਵਰਸਿਟੀ ਪਹੁੰਚੀ ਨਾ ਤੇ ਉੱਥੇ ਜਾ ਕੇ ਥੋੜੇ ਮਾਮਲਾਤ ਖਰਾਬ ਹੋ ਗਏ। ਸਾਡੇ ਕੋਲ ਜਿਹੜੀ ਕੋ ਐਜੂਕੇਸ਼ਨ ਹੈ ਨਾ, ਇਹ ਬੜੀ ਗੜਬੜ ਚੱਲ ਰਹੀ ਆ। ਇਹ ਸਾਰੀ ਕਹਾਣੀ ਉਸ ਪਿਓ ਨੇ ਸੁਣਾਈ ਆ ਤੇ ਉਹਨੇ ਇਹ ਗ੍ਰਿਫਤਾਰ ਹੋਣ ਤੋਂ ਬਾਅਦ ਚ ਇੰਟਰਵਿਊ ਦਿੰਦਿਆਂ ਦੱਸਿਆ। ਉਹ ਕਹਿੰਦਾ ਜਦੋਂ ਯੂਨੀਵਰਸਿਟੀ ਜਾਂਦੀ ਸੀ ਤੇ ਸਾਨੂੰ ਮੁੰਡਾ ਆ ਕੇ ਸਾਡਾ ਦੱਸਦਾ ਸੀਗਾ ਕਿ ਅੱਜ ਫਲਾਂ ਮੁੰਡੇ ਨਾਲ ਬੈਠੀ ਸੀ, ਅੱਜ ਫਲਾਂ ਮੁੰਡੇ ਨਾਲ ਬੈਠੀ ਸੀ, ਫਲਾਂ ਮੁੰਡੇ ਨਾਲ 버ਗਰ ਖਾ ਰਹੀ ਸੀ, ਫਲਾਂ ਮੁੰਡੇ ਨਾਲ ਪੀਜ਼ਾ ਖਾ ਰਹੀ ਸੀ। ਤੇ ਉਸ ਤੋਂ ਬਾਅਦ ਕਹਿੰਦਾ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋਣ ਲੱਗ ਪਏ। ਜਦੋਂ ਇਹ ਲੜਾਈ ਝਗੜੇ ਸ਼ੁਰੂ ਹੋਏ ਤੇ ਮਾਮਲਾਤ ਖਰਾਬ ਰਹਿੰਦੇ ਸੀ ਤੇ ਉੱਥੇ ਬੱਚੀ ਨੂੰ ਵੀ ਸੋਚਣਾ ਚਾਹੀਦਾ ਸੀਗਾ ਕਿ ਬੱਚੀ ਦੇ ਵਾਲਦੈਨ ਤੋਂ ਵੱਧ ਕੇ ਉਹਦਾ ਖੈਰ ਖੁਆਹ ਦੁਨੀਆ ਤੇ ਕੋਈ ਨਹੀਂ ਹੋ ਸਕਦਾ। ਜਿੰਨੀ ਦੇਰ ਤੱਕ ਉਹਦਾ ਨਿਕਾਹ ਨਹੀਂ ਨਾ ਕੀਤਾ ਜਾਂਦਾ, ਉਸ ਤੋਂ ਪਹਿਲੇ ਉਸ ਦੇ ਵਾਲਦੈਨ ਤੋਂ ਵੱਡਾ ਖੈਰ ਖਾ ਕਿਸੇ ਵੀ ਲੜਕੀ ਦਾ ਕੋਈ ਨਹੀਂ ਹੈਗਾ, ਚਾਹੇ ਕੋਈ ਕੁਝ ਵੀ ਕਹਿ ਲਵੇ। ਅੱਛਾ, ਉਸੇ ਦੌਰਾਨ ਉਹ ਲੜਕੀ ਕਈ ਵਾਰੀ ਘਰੋਂ ਚਲ ਜਾਣਾ, 1 ਦਿਨ 2 ਦਿਨ 3 ਦਿਨ ਬਾਹਰ ਰਹਿ ਕੇ ਆ ਜਾਣਾ। ਕਿਉਂਕਿ ਜਦੋਂ ਘਰ ਦੇ ਵਿੱਚ ਮਾਮਲਾ ਖਰਾਬ ਹੋ ਜਾਂਦੇ ਨਾ, ਦੋਨਾਂ ਫਰੀ ਕਹਿਣ ਦੀ ਆਪਸ ਦੇ ਵਿੱਚ ਨਹੀਂ ਬਣਦੀ। ਅੱਛਾ, ਉਹਦਾ ਪਿਓ ਹੁਣ ਦੱਸ ਰਿਹਾ, ਉਹ ਕਹਿੰਦਾ ਕਿ ਇਹਨਾਂ ਦੀ ਮਾਂ ਨੂੰ ਸਾਰਾ ਕੁਝ ਪਤਾ ਸੀਗਾ, ਮੇਰੇ ਨਾਲ ਉਹ ਬੱਚੀ ਗੱਲਬਾਤ ਵੀ ਨਹੀਂ ਕਰਦੀ ਸੀ। ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹ ਕੰਮ ਚੱਲਦਾ ਰਿਹਾ। ਇੱਕ ਦਿਨ ਅਸੀਂ ਘਰ ਬੈਠੇ ਆ ਤੇ ਕੁਝ ਲੋਕ ਆਏ ਆ। ਉਹ ਮੁੰਡੇ ਦਾ ਨਾਂ ਸੀਗਾ ਨੁਮਾਨ। ਉਹ ਜਿਹੜੇ ਲੋਕ ਆਏ ਉਹ ਨੁਮਾਨ ਦੇ ਮਾਪਿਓ ਸੀਗੇ। ਅੱਛਾ, ਉਹ ਮਾਪਿਓ ਘਰ ਆ ਗਏ ਤੇ ਆ ਕੇ ਬੈਠਕ ਚ ਅੰਦਰ ਬਹਿ ਗਏ। ਅਤੀਆ ਨੇ ਉਹਨੂੰ ਬੁਲਾਇਆ, ਬੁਲਾ ਕੇ ਤੇ ਉਹਨੇ ਉਹਨਾਂ ਨੂੰ ਖਾਣਾ ਛਾਣਾ ਚਾਹ ਪਲਾਈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਆਪਣੇ ਅੱਬੇ ਨੂੰ ਸੱਦ। ਅੱਬੇ ਨੂੰ ਸੱਦਿਆ। ਅੱਬੇ ਨੇ ਕਿਹਾ ਹਾਂਜੀ। ਉਹ ਕਹਿੰਦੇ ਜੀ ਅਸੀਂ ਇਹਦਾ ਰਿਸ਼ਤਾ ਲੈਣ ਆਏ ਆ। ਉਹ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਸਾਡੀ ਤੁਹਾਡੀ ਪਹਿਲੇ ਨੰਬਰ ਤੇ ਬਰਾਦਰੀ ਨਹੀਂ ਚੱਲਦੀ, ਕਿ ਅਸੀਂ ਤੁਹਾਡੇ ਨਾਲ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦੇ। ਜੇ ਫਿਰ ਵੀ ਤੁਸੀਂ ਕਰਨਾ ਚਾਹੁੰਦੇ ਹੋ, ਕੁੜੀ ਵੀ ਤੁਹਾਨੂੰ ਪਸੰਦ ਆ, ਤੇ ਤੁਸੀਂ ਰਿਸ਼ਤਾ ਕਰੋ, ਕਰਕੇ ਇਹਨੂੰ ਲੈ ਜਾਓ। ਉਸ ਤੋਂ ਬਾਅਦ ਸਾਡਾ ਤੁਹਾਡੇ ਨਾਲ ਕੋਈ ਤਲਕ ਨਹੀਂ। ਤੁਸੀਂ ਸਾਡੇ ਤੋਂ ਗਏ, ਇਹ ਸਾਡੇ ਤੋਂ ਗਈ, ਅਸੀਂ ਤੁਹਾਡੇ ਤੋਂ ਗਏ, ਠੀਕ ਹੋ ਗਿਆ। ਅੱਛਾ, ਉਹ ਕਹਿੰਦੇ ਜੀ ਅਸੀਂ ਇਹੋ ਜਿਹੇ ਮਾਮਲਾਤ ਨਹੀਂ ਕਰਦੇ, ਅਸੀਂ ਖਾਨਦਾਨੀ ਲੋਕ ਆ, ਜਿੰਨੀ ਦੇਰ ਤੱਕ ਤੁਸੀਂ ਸਾਡੇ ਘਰ ਆਓਗੇ ਨਹੀਂ, ਜਾਓਗੇ ਨਹੀਂ, ਅਸੀਂ ਇਹ ਰਿਸ਼ਤਾ ਨਹੀਂ ਕਰਾਂਗੇ। ਉਹ ਕਹਿੰਦਾ ਕਿ ਉਹਨਾਂ ਨੇ ਕਿਹਾ ਠੀਕ ਹੈ ਜੀ, ਸਾਡਾ ਮੁੰਡਾ ਸਾਡੇ ਕਹਿਣੇ 'ਚ ਆ, ਸਾਡਾ ਮੁੰਡਾ ਤੁਹਾਡੀ ਕੁੜੀ ਨੂੰ ਮੁੜ ਕੇ ਵੇਖੇਗਾ ਵੀ ਨਹੀਂ। ਕਹਿੰਦੇ ਮੈਂ ਮੁਤਮਈਨ ਹੋ ਗਿਆ ਕਿ ਚਲੋ ਠੀਕ ਹੋ ਗਿਆ, ਕੰਮ ਖਤਮ ਹੋਇਆ। ਅੱਛਾ, ਕੁਛ ਅਰਸਾ ਹੀ ਗੁਜ਼ਰਿਆ ਆ ਤੇ ਉਹ ਮੁੰਡਾ ਜਿਹੜਾ ਆ ਉਹਨੇ ਅਤੀਆ ਨੂੰ ਇੱਕ ਸੂਟ ਲੈ ਕੇ ਦਿੱਤਾ ਈਦ ਦੇ ਮੌਕੇ ਤੇ। ਉਹਨਾਂ ਦਿਨਾਂ ਜੀ ਕਹਿੰਦੇ ਸਾਡੇ ਮੁੰਡੇ ਦੀ ਵੀ ਮੰਗਣੀ ਦੀ ਗੱਲ ਚੱਲ ਰਹੀ ਸੀ। ਮੁੰਡੇ ਦੇ ਜਦੋਂ ਈਦੀ ਆਈ ਉਹਦੇ ਸਸੁਰਾਲ ਵੱਲੋਂ, ਤੇ ਅਤੀਆ ਵੀ ਖੜੇ ਹੋ ਕੇ ਕਹਿੰਦੀ ਕਿ ਮੇਰੇ ਸਸੁਰਾਲ ਵਾਲੇ ਨੇ ਵੀ ਈਦੀ ਭੇਜੀ ਆ। ਭਾਈ ਕਿਹੜੇ ਸਸੁਰਾਲ ਵਾਲੇ? ਉਸ ਦਿਨ ਕਹਿੰਦੇ ਅੱਛੀ ਖਾਸੀ ਲੜਾਈ ਹੋਈ, ਮਾਮੂਲ ਤੋਂ ਹਟ ਕੇ ਬਹੁਤ ਜ਼ਿਆਦਾ ਘਰ ਦੇ ਵਿੱਚ ਮਤਲਬ ਇਹ ਕਹਿ ਲਓ ਕਿ ਟੈਨਸ਼ਨ ਬਣ ਗਈ। ਉਹ ਦਿਨ ਵੀ ਗੁਜ਼ਰ ਗਿਆ। ਕਹਿੰਦਾ ਮੈਂ ਇੱਕ ਦਿਨ ਨੁਮਾਨ ਨੂੰ ਸੱਦਿਆ, ਮੈਂ ਉਹਨੂੰ ਸੱਦ ਕੇ ਕਿਹਾ, ਮੈਂ ਕਿਹਾ ਤੂੰ ਨਾ ਇਸ ਤਰ੍ਹਾਂ ਕਰਕੇ ਮੇਰੀ ਗੱਲ ਸੁਣ। ਉਹਨੂੰ ਕਹਿੰਦਾ ਮੈਂ ਸੱਦਿਆ ਤੇ ਉਹ ਉਹਨਾਂ ਨਾਲ ਕੋਈ 5-7 ਬੰਦੇ ਬੰਦੂਕਾਂ ਵਾਲੇ ਲੈ ਕੇ ਸਾਡੇ ਘਰ ਆ ਗਿਆ। ਉਹਦੀ ਮਾਂ ਵੀ ਨਾਲ ਹੀ ਸੀ। ਕਹਿੰਦਾ ਮੇਰਾ ਕਹਿਣ ਤੇ ਮਤਲਬ ਇਹ ਸੀਗਾ ਉਹਨੂੰ ਸਮਝਾਉਣ ਦਾ ਕਿ ਤੂੰ ਨਾ ਇਹ ਕੰਮ ਜਿਹੜਾ ਛੱਡ ਦੇ, ਇਹ ਚੰਗਾ ਨਹੀਂ ਹੈਗਾ। ਲੇਕਿਨ ਉਹ ਆਏ, ਸਾਡੇ ਨਾਲ ਬਹਿਸਾ ਮੁਬੈਸਾ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ, ਤੁਸੀਂ ਆਪਣਾ ਨਿਕਾਹ ਖਾਨ ਲੈ ਆਓ ਤੇ ਨਿਕਾਹ ਕਰੋ ਤੇ ਲੈ ਜਾਓ। ਨਿਕਾਹ ਖਾਨ ਵੀ ਲੈ ਆਏ। ਲਿਆ ਕੇ ਤੇ ਜਦੋਂ ਨਿਕਾਹ ਹੋਣ ਲੱਗ ਪਿਆ, ਸਾਰਿਆਂ ਨੇ ਆਪਣੇ ਸ਼ਨਾਖਤੀ ਕਾਰਡ ਵੀ ਦੇ ਦਿੱਤੇ। ਦੇਣ ਤੋਂ ਬਾਅਦ ਜਦੋਂ ਗੱਲ ਆਈ ਲਿਖਣ ਲਿਖਾਉਣ ਦੀ, ਤੇ ਉੱਥੇ ਉਹਨਾਂ ਦਾ ਇੱਕ ਬੰਦਾ ਬੋਲਿਆ ਕਿ ਕਹਿੰਦਾ ਜਿਹੜੀ ਇਸ ਦੇ ਨਾਂ ਤੇ ਜਾਇਦਾਦ ਆ ਉਹ ਵੀ ਲਿਖ ਕੇ ਦਿਓ ਕਿ ਉਹ ਤੁਸੀਂ ਇਹਨੂੰ ਦਿਓਗੇ। ਕਹਿੰਦਾ ਮੇਰਾ ਵੱਡਾ ਪੁੱਤਰ ਜਿਹੜਾ ਉਹ ਥੋੜਾ ਜਿਹਾ ਗੁੱਸੇ 'ਚ ਆ ਗਿਆ। ਉਹ ਕਹਿੰਦਾ ਵੀ ਅਸੀਂ ਤੁਹਾਨੂੰ ਕੁੜੀ ਦੇ ਰਹੇ ਹਾਂ, ਹੋਰ ਤੁਹਾਨੂੰ ਕੀ ਦਈਏ, ਜਾਇਦਾਦ ਜਦੋਂ ਟਾਈਮ ਆਏਗਾ ਉਦੋਂ ਵੇਖੀ ਜਾਏਗੀ, ਤੁਸੀਂ ਹੁਣੇ ਲਿਖਾਉਣ ਡਏ ਆ। ਇਸ ਮਾਮਲੇ ਦੇ ਵਿੱਚ ਕਾਫੀ ਉੱਥੇ ਬਹਿਸੋ ਮੁਬੈਸਾ ਹੋ ਗਿਆ ਤੇ ਉਹ ਬੜੀ ਗੜਬੜ ਹੋਈ। ਤੇ ਕਹਿੰਦੇ ਮੈਂ ਅੰਦਰੋਂ ਗਿਆ ਤੇ ਜਾ ਕੇ ਬੰਦੂਕ ਚੁੱਕ ਲਿਆ। ਕਹਿੰਦਾ ਮੇਰਾ ਪੱਕਾ ਇਰਾਦਾ ਸੀ ਅੱਜ ਇਹਨਾਂ ਚੋਂ ਛੱਡਣਾ ਕੋਈ ਨੀਗਾ। ਮੇਰੇ ਪੁੱਤਰ ਮੇਰੇ ਹੱਥੀ ਪੈ ਗਿਆ ਤੇ ਉਹਨੇ ਬੰਦੂਕ ਖੋਲੀ ਤੇ ਉਹ ਮਾਮਲਾ ਰਫਾ ਦਫਾ ਹੋ ਗਿਆ ਤੇ ਉਹ ਚਲੇ ਗਏ। ਫਿਰ ਕੁਝ ਦਿਨਾਂ ਤੋਂ ਬਾਅਦ ਉਸੇ ਇਲਾਕੇ ਦੇ ਵਿੱਚ ਇੱਕ ਫੰਕਸ਼ਨ ਸੀਗਾ ਸਾਊਂਡ ਸਿਸਟਮ ਦਾ,
ਤੇ ਮੈਂ ਉਸ ਫੰਕਸ਼ਨ ਤੇ ਸਾਊਂਡ ਸਿਸਟਮ ਲੈ ਕੇ ਗਿਆ ਤੇ ਉੱਥੇ ਜਦੋਂ ਮੈਂ ਪਹੁੰਚਿਆ ਤੇ ਉਹ ਇਲਾਕੇ ਦੇ ਵਿੱਚ ਬਿਜਲੀ ਹੈ ਨਹੀਂ ਸੀ। ਉਹਨਾਂ ਨੇ ਮੈਨੂੰ ਟਾਈਮ ਨਾਲ ਹੀ 12 ਵਜੇ ਫ੍ਰੀ ਕਰ ਦਿੱਤਾ। ਜਦੋਂ 12 ਵਜੇ ਫ੍ਰੀ ਹੋਇਆ ਤਾਂ ਮੈਂ ਘਰ ਆ ਗਿਆ। ਘਰ ਆ ਕੇ ਜਦੋਂ ਮੈਂ ਵੇਖਿਆ ਤੇ ਕੋਈ ਬੱਚੇ ਦਾ ਮੂੰਹ ਐ ਨੂੰ, ਕੋਈ ਬੱਚੇ ਦਾ ਮੂੰਹ ਐ ਨੂੰ, ਸਾਰੇ ਉਲਝਣ ਦੇ ਵਿੱਚ ਬੈਠੇ ਆ। ਤੇ ਮੈਂ ਕਹਿੰਦਾ ਇਸੇ ਟੈਨਸ਼ਨ 'ਚ ਸੀਗਾ ਵੀ ਅਤੀਆ ਨੇ ਕੋਈ ਕੰਮ ਨਾ ਕਰਤਾ ਹੋਵੇ। ਮੈਂ ਸਿੱਧਾ ਉੱਤੇ ਅਤੀਆ ਦੇ ਕਮਰੇ 'ਚ ਗਿਆ। ਜਦੋਂ ਜਾ ਕੇ ਮੈਂ ਉਹਦਾ ਕਮਰਾ ਵੇਖਿਆ ਤੇ ਉਹ ਉੱਥੇ ਬੈਠੀ, ਉਹਦੇ ਨਾਲ ਇੱਕ ਬੱਚੀ ਹੋਰ ਵੀ ਬੈਠੀ ਆ। ਉਹ ਬੱਚੀ ਜਦੋਂ ਬੈਠੀ ਤਾਂ ਮੈਂ ਪੁੱਛਿਆ ਵੀ ਇਹ ਕੌਣ ਆ, ਤੇ ਉਹ ਕਹਿੰਦੇ ਜੀ ਇਹ ਪਾਰਲਰ ਵਾਲੀ ਕੁੜੀ ਆ ਤੇ ਅਤੀਆ ਨੂੰ ਤਿਆਰ ਕਰਨ ਆਈ ਆ। ਮੈਂ ਥੱਲੇ ਆ ਗਿਆ। ਆ ਕੇ ਉਹਨਾਂ ਨੂੰ ਪੁੱਛਿਆ ਬੱਚਿਆਂ ਨੂੰ ਵੀ ਇਹ ਤਿਆਰ ਕਿਉਂ ਹੋਣ ਨਹੀਂ, ਸਾਡੇ ਘਰ 'ਚ ਤਾਂ ਕੋਈ ਫੰਕਸ਼ਨ ਨਹੀਂ ਹੈਗਾ ਜਿਹਦੇ ਵਾਸਤੇ ਤਿਆਰੀ ਕਰਨੀ ਆ। ਤੇ ਦੂਸਰੇ ਬੱਚੇ ਦੱਸਦੇ ਕਿ ਅਤੀਆ ਨੇ ਅੱਜ ਚੱਲ ਜਾਣਾ। ਉਹ ਕਹਿੰਦੀ ਮੇਰਾ ਆਖਰੀ ਦਿਨ ਆ। ਕਹਿੰਦਾ ਉਸ ਤੋਂ ਬਾਅਦ ਮੈਂ ਜਦੋਂ ਛੱਤ ਤੇ ਗਿਆ ਤੇ ਛੱਤ ਤੇ ਜਾ ਕੇ ਮੈਂ ਵੇਖਿਆ ਕਿ ਅਤੀਆ ਆਪਣੇ ਨਾਲ ਬਲੀਚ ਕਰ ਰਹੀ ਆ ਬਾਹਾਂ ਤੇ ਲੱਤਾਂ ਤੇ ਨਾਲ ਮੇਰੀ ਛੋਟੀ ਬੇਟੀ ਵੀ ਬੈਠੀ ਆ। ਅੱਛਾ, ਹੁਣ ਕਹਿੰਦਾ ਮੈਂ ਥੱਲੇ ਆਇਆ, ਬੰਦੂਕ ਚੱਕੀ ਆ ਤੇ ਹੁਣ ਮੈਂ ਮੌਕਾ ਵੇਖ ਰਿਹਾ ਵੀ ਕਿਹੜੇ ਵੇਲੇ ਛੋਟੀ ਬੱਚੀ ਜਿਹੜੀ ਉਹ ਸਾਈਡ ਤੇ ਹੋਵੇ ਤੇ ਮੈਂ ਅਤੀਆ ਨੂੰ ਗੋਲੀ ਮਾਰਾਂ। ਮੈਨੂੰ ਜਦੋਂ ਵੀ ਮੌਕਾ ਮਿਲਿਆ ਤੇ ਮੈਂ ਛੋਟੀ ਬੱਚੀ ਨੂੰ ਸਾਈਡ ਤੇ ਵੇਖਿਆ ਤੇ ਮੈਂ ਫਾਇਰ ਕੀਤਾ ਤੇ ਉਹਦੇ ਸਿਰ ਦੇ ਵਿੱਚ ਫਾਇਰ ਵੱਜਾ ਤੇ ਉਹ ਕੁੜੀ ਜਿਹੜੀ ਉਹ ਮੌਕੇ ਤੇ ਮਰ ਗਈ। ਜਦੋਂ ਕੁੜੀ ਮੌਕੇ ਤੇ ਮਰੀ ਆ ਤੇ ਜਿਹੜੀ ਛੋਟੀ ਬੱਚੀ ਕੋਲ ਸੀ ਉਹਨੂੰ ਵੀ ਫਾਇਰ ਲੱਗਾ। ਉਹ ਕਿਸ ਤਰ੍ਹਾਂ ਲੱਗਾ ਕਿ ਉਹ ਜਦੋਂ ਬੱਚੀ ਮਰ ਗਈ ਤੇ ਘਰ ਵਾਲੇ ਸਾਰੇ ਉੱਤੇ ਗਏ ਤੇ ਉਹਦੇ ਹੱਥੀ ਪਏ ਆ ਕਿ ਬੰਦੂਕ ਖੋਲੀਏ। ਬੰਦੂਕ ਖੋਣ ਦੇ ਦੌਰਾਨ ਹੀ ਘੋੜਾ ਚੜਿਆ ਸੀ ਚੈਂਬਰ ਤੇ ਉਹਦੇ 'ਚ ਗੋਲੀ ਸੀਗੀ। ਉਹ ਛੋਟੇ ਬੱਚੇ ਦੇ ਕੋਲੋਂ ਘੋੜਾ ਦੱਬ ਗਿਆ। ਜਦੋਂ ਘੋੜਾ ਦੱਬਿਆ ਤੇ ਉਹ ਗੋਲੀ ਛੋਟੀ ਬੱਚੀ ਨੂੰ ਜਾ ਵੱਜੀ। ਇਸ ਤਰ੍ਹਾਂ ਇੱਕ ਪੂਰਾ ਘਰ ਖਰਾਬ ਹੋ ਗਿਆ। ਤੇ ਹੁਣ ਇਹ ਕਹਾਣੀ ਦੇ ਵਿੱਚ ਤੁਹਾਨੂੰ ਸੁਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਦੇਖੋ ਬੱਚੀਆਂ ਨੂੰ ਵੀ ਚਾਹੀਦਾ ਕਿ ਆਪਣੇ ਘਰ ਵਾਲਿਆਂ ਦੇ ਕਹਿਣੇ 'ਚ ਰਹਿਣ। ਤੁਹਾਨੂੰ ਮਾਂ ਪਿਓ ਆਪਣੇ ਪੇਟ ਨੂੰ ਕੱਟ ਕੇ ਤੇ ਤੁਹਾਨੂੰ ਅੱਛਾ ਰੁਜ਼ਗਾਰ ਦੇ ਰਹੇ ਆ, ਅੱਛੀ ਤਾਲੀਮ ਦੇ ਰਹੇ ਆ, ਅੱਛਾ ਖਾਣ ਪੀਣ ਨੂੰ ਦੇ ਰਹੇ ਆ, ਬਜਾਏ ਇਸ ਦੇ ਕਿ ਉਹ ਆਪਣੀ ਅਯਾਸ਼ੀ ਕਰਨ, ਆਪਣੀਆਂ ਅਯਾਸ਼ੀਆਂ ਸਾਈਡ ਤੇ ਰੱਖ ਦਿੰਦੇ ਆ ਤੇ ਤੁਹਾਨੂੰ ਅੱਛਾ ਪੜ੍ਹਨ ਨੂੰ, ਖਾਣ ਨੂੰ, ਪੀਣ ਨੂੰ ਦਿੰਦੇ ਆ। ਲੇਕਿਨ ਤੁਸੀਂ ਫਿਰ ਜਦੋਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਮਾਂ ਪਿਓ ਦੇ ਦਿਲ ਦੁਖਦੇ ਆ। ਬੱਚੀ ਅਗਰ ਕਿਤੇ ਪਸੰਦ ਕਰਦੀ ਕਿਸੇ ਨੂੰ ਤੇ ਮਾਂ ਪਿਓ ਨੂੰ ਵੀ ਚਾਹੀਦਾ ਕਿ ਉਹਨੂੰ ਬਿਠਾ ਕੇ ਉਹਨੂੰ ਪੁੱਛਣ, ਪਹਿਲੇ ਸਮਝਾਉਣ। ਅਗਰ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਮੁੰਡਾ ਅੱਛੇ ਘਰ ਦਾ ਆ ਤੇ ਬੱਚੀ ਦਾ ਨਿਕਾਹ ਕਰ ਦੇਣ। ਆ ਜਿਹੜੀਆਂ ਜ਼ਾਤਾਂ ਤੇ ਕੌਮਾਂ ਤੇ ਇਹ ਜਿਹੜੇ ਰੌਲੇ ਆ ਨਾ, ਇਹ ਮੇਰੇ ਖਿਆਲ 'ਚ ਗਲਤ ਹੈ ਕਿ ਅਸੀਂ ਫਲਾਂ ਜ਼ਾਤਾਂ ਦੇ ਫਲਾਂ ਜ਼ਾਤ 'ਚ ਨਹੀਂ ਕਰਨਾ, ਸਾਡੀ ਆਪਣੀ ਬਰਾਦਰੀ ਹੋਊਗੀ ਤੇ ਅਸੀਂ ਰਿਸ਼ਤਾ ਕਰਨਾ। ਇਹ ਕੰਮ ਕਾਰ ਜਿਹੜੇ ਨਾ ਸਭ ਤੋਂ ਵੱਡੇ ਮਸਲੇ ਬਣਦੇ ਹੀ ਇੱਥੋਂ ਆ ਗਏ ਆ। ਅਤੀਆ ਜਿਹੜੀ ਆ ਉਹ ਇਸੇ ਰੌਲੇ ਦੇ ਵਿੱਚ ਇਸ ਦੁਨੀਆ ਤੋਂ ਚਲੀ ਗਈ। ਪਿਓ ਜੇਲ੍ਹ ਚਲਾ ਗਿਆ। ਘਰ ਵਾਲੇ ਇਸੇ ਸਦਮੇ ਦੇ ਵਿੱਚੋਂ ਪਤਾ ਨਹੀਂ ਕਦੋਂ ਬਾਹਰ ਨਿਕਲਣਗੇ। ਪਿਓ ਜੇਲ੍ਹ 'ਚੋਂ ਆ ਤੇ ਜਾਏਗਾ ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਇਹੀ ਆ ਕਿ ਜਿਹਦੀ ਮੁਦਈਅਤ ਦੇ ਵਿੱਚ ਮੁਕੱਦਮਾ ਦਰਜ ਹੋਏਗਾ, ਅਗਰ ਉਹ ਮਾਫ ਕਰ ਦੇਵੇ ਤੇ ਰਿਹਾਈ ਹੋ ਜਾਂਦੀ ਆ। ਲੇਕਿਨ ਉਸ ਰਿਹਾਈ ਦੇ ਵਿੱਚ ਨੁਕਸਾਨ ਕਿਹਦਾ ਹੋਇਆ, ਅਸਲ ਸੋਚਣ ਵਾਲੀ ਗੱਲ ਇਹ ਆ। ਹੁਣ ਦੋਨੋਂ ਘਰ ਹੀ ਖਰਾਬ ਹੋ ਗਏ ਆ। ਨਾਲ ਚੱਕਰ ਉਹ ਮੁੰਡੇ ਵਾਲਿਆਂ ਦੇ ਵੀ ਲੱਗਣੇ ਆ, ਮੁੰਡਾ ਵੀ ਬਦਨਾਮ ਹੋ ਰਿਹਾ। ਬਜਾਏ ਇਸਦੇ ਕਿ ਉਹ ਮੁੰਡਾ ਜਿਹੜੀ ਅਯਾਸ਼ੀਆਂ ਕਰ ਰਿਹਾ ਸੀਗਾ ਉਹਨਾਂ ਨੂੰ ਕੰਟਰੋਲ ਕਰਦਾ ਤੇ ਅਤੀਆ ਦੇ ਘਰ ਸਿੱਧਾ ਆਪਣੇ ਘਰ ਵਾਲਿਆਂ ਨੂੰ ਭੇਜਦਾ ਜਾਂ ਕੋਈ 2-4 ਬੰਦੇ ਭੇਜਦਾ ਜਿਹੜੇ ਕਿ ਅਸਲੋਂ ਰਸੂਖ ਵਾਲੇ ਹੁੰਦੇ, ਜਿਹੜੇ ਸਮਝਾ ਕੇ ਤੇ ਕੰਮ ਕਰ ਦਿੰਦੇ। ਮਾਮਲਾਤ ਖਰਾਬ ਹੋ ਗਏ, ਘਰ ਉਜੜ ਗਿਆ, ਅਤੀਆ ਚਲੀ ਗਈ।